ਬਾਣੀ। ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ। ਸਤਿਗੁਰ ਕਾ ਦਰਸ਼ਨ ਪਾਏ ਚਿਓ। ਸੋ ਕਹੋ ਟਲ ਗੁਰ ਸੇਵਿਆ ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ। ਸੋਰਠ ਮਹਲਾ ਪਹਿਲਾ। ਤਿਤੁਕੀ ਪੰਡਤ ਦਹੀਂ ਵਿਲੋਈਐ ਪਾਈ। ਵਿੱਚੋਂ ਨਿਕਲੈ ਤੱਥ। ਪੰਡਤ ਦਹੀਂ ਵਿਲੋਈਐ ਪਾਈ। ਵਿੱਚੋਂ ਨਿਕਲੈ ਤੱਥ। ਜਲ ਮਥਿਐ ਜਲ ਦੇਖਿਐ ਭਾਈ। ਇਹ ਜਗ ਇਹ ਵਥ। ਗੁਰ ਬਿਨ ਭਰਮ ਵਿਗੁਚਿਆ ਭਾਈ। ਘਟ ਘਟ ਦਿਓ ਅਲਖ। ਇਹ ਜਗ ਤਾਗੋ ਸੂਤ ਕੋ ਪਾਈ। ਦਹ ਦਿਸ ਬਾਂਧੋ ਮਾਏ। ਬਿਨ ਗੁਰ ਗਾਠ ਨਾ ਛੁਟਈ ਪਾਈ। ਥਾਕੇ ਕਰਮ ਕਮਾਏ। ਇਹ ਜਗ ਭਰਮ ਭੁਲਾਇਆ ਭਾਈ। ਕਹਿਣਾ ਕਿਛੁ ਨ ਜਾਏ। ਗੁਰ ਮਿਲਿਆ ਭਉ ਮਨ ਵਸੈ ਭਾਈ। ਭੈ ਮਰਣਾ ਸਚ ਲੇਖ। ਮੱਜਨ ਦਾਨ ਚੰਗਿਆਈਆਂ ਭਾਈ। ਦਰਗਹਿ ਨਾਮ ਵਿਸੇਖ। ਗੁਰੂ ਅੰਕਸ ਜਿਨ ਨਾਮ ਦਿਰੜਾਇਆ ਭਾਈ। ਮਨ ਵਸਿਆ ਚੁਕਾ ਭੇਖ। ਇਹ ਤਨ ਹਾਟ ਸਰਾਫ ਕੋ ਪਾਈ। ਵਖਰ ਨਾਮ ਅਪਾਰ। ਇਹ ਵਖਰ ਵਾਪਾਰੀ ਸੋ ਦ੍ਰਿੜੈ ਪਾਈ। ਗੁਰ ਸ਼ਬਦ ਕਰੇ ਵਿਚਾਰ। ਧਨ ਵਾਪਾਰੀ ਨਾਨਕਾ ਭਾਈ। ਮੇਲ ਕਰੇ ਵਪਾਰ। ਧਨ ਵਾਪਾਰੀ ਨਾਨਕਾ ਭਾਈ। ਮੇਲ ਕਰੇ ਵਪਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
सतनाम श्री वाहेगुरु साहिब जीओ। तुमरे गुण क्या कहाँ मेरे सतगुरा, जब गुर बोले तब बिसम होए जाए। हम जैसे अपराधी अवर कोई राखै, जैसे हम सतगुर राख लिए छड़ाए। जैसे हम सतगुर राख लिए छड़ाए। जेको गुर ते वे मुख होवै, बिन सतगुर मुक्त न पावै। पावै मुक्त न होर थै कितै, पुछो बबेगियां जाए। साहिब श्री गुरु ग्रंथ साहिब सच्चे पातशाह जी दी पावन हजूरी अंदर धन बाला प्रीतम श्री गुरु हरकृष्ण साहिब सच्चे पातशाह जी गरीब नवाज वैद गुरु सतगुरु गुरु हरकृष्ण साहिब जी दे पावन मुबारक अस्थान गुरुद्वारा बंगला साहिब विखे और गुरुद्वारे तो मीडिया दे राही सतगुरु दी बाणी दी गूंज जिथों तक भी आप जी सरवण कर रहे हो, सारे भागां वाले असी तुसी अज हो रहे हैं। जो लड़ीवार गुरबाणी विचार इस अस्थान तो गुरु कृपा नाल हो रही है। चलदी हुई विचार विच धन गुरु नानक साहिब जी दा सोरठ राग अंदर शब्द सी। 30 तुकी दे अनुसार 3 तुकां वाला एक पदा ते 8 पदियां दा ये शब्द है। 4 पदियां दी विचार कल गुरु कृपा नाल आप जी ने सरवण कीती है। आओ हुण अगले 4 बंदां दी विचार असी गुरु कोलों झोलियां अड के मंगनी मीए, करनी मीए, सुननी मीए ते विचारनी मीए। मैं फतेह तो पहला एक बेनती कर लगा, जिस दिन भागां वालिओ तुहाडे मेरे कोल 3 सस्से आ गए ना, 3 सस्से, यकीन जानियो उस दिन जाको आए सोई बिहाजो हो जाएगा। तुसी कहोगे 3 सस्से केड़े? पहले सस्से तो साडी शुरुआत है, तीजे सस्से ते साडा मुकाम है। पहला है सस्सा सुनना, असी गुरु दी गल सुनने आ, कीर्तन गुरु दी कथा गुरु दी बाणी सुननी है। सस्सा है सुनना। उस तो बाद अगे सस्सा समझना। सुन के समझना बहुत जरूरी है। जे सुन के नहीं समझिया नहीं गल बनेगी। सस्सा सुनना, सस्सा समझना, फिर जिन्हों सुनिया ते समझिया स्वाद ताए जे गुरु दी गल सुन के गुरु विच ही सस्सा समा जाइए। आप करो कृपालता, विचार दी आरंभता तो पहला गुर फतेह दी सांझ पाओ जी।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅੱਜ ਦੇ ਇਸ ਸ਼ਬਦ ਦੇ 5ਵੇਂ ਬੰਦ ਵਿੱਚ ਜ਼ਿਕਰ ਕਰਦੇ ਨੇ, ਪੰਡਤ ਦਹੀਂ ਵਲੋਈਐ ਭਾਈ, ਵਿੱਚੋਂ ਨਿਕਲੇ ਤੱਥ, ਜਲ ਮਥੀਐ ਜਲ ਦੇਖੀਐ ਭਾਈ, ਇਹ ਜਗ ਏਹਾ ਵਥ। ਹੁਣ ਸ਼ਬਦ ਧਿਆਨ ਨਾਲ ਸੁਣਿਆ ਜੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਹ ਪੰਡਤ ਸੱਜਣਾ, ਜੇ ਤੇ ਚਾਟੀ ਵਿੱਚ ਪਾਇਆ ਜਾਏ ਦਹੀਂ, ਤੇ ਚਾਟੀ ਵਿੱਚ ਦਹੀਂ ਪਾ ਕੇ ਮਧਾਣੀ ਨਾਲ ਢਿੜਕਿਆ ਜਾਏ, ਤੇ ਸਿਆਣੀ ਸੁਆਣੀ ਨੂੰ ਪਤਾ ਹੈ ਵੀ ਵਿੱਚੋਂ ਦੋ ਚੀਜ਼ਾਂ ਨਿਕਲਦੀਆਂ ਨੇ। ਯਾਦ ਰੱਖਿਓ, ਦਹੀਂ ਵਿੱਚ ਮਧਾਣੀ ਪਏਗੀ ਤੇ ਦੋ ਚੀਜ਼ਾਂ ਪ੍ਰਗਟ ਹੋਣਗੀਆਂ, ਇੱਕ ਮੱਖਣ ਤੇ ਦੂਸਰਾ ਲੱਸੀ। ਪਰ ਪਿਆਰ ਵਾਲਿਓ, ਹੁਣ ਜੇ ਕੋਈ ਝੱਲੀ ਔਰਤ ਭਰ ਕੇ ਚਾਟੀ ਪਾਣੀ ਦੀ ਵਿੱਚ ਮਧਾਣੀ ਪਾ ਲੈ ਤੇ ਨਾਲੇ ਜਿੱਦ ਕਰੇ ਵੀ ਇਹਦੇ ਵਿੱਚੋਂ ਮੈਂ ਕੁਝ ਪ੍ਰਾਪਤ ਕਰਨਾ ਹੈ, ਕੁਝ ਪ੍ਰਗਟ ਕਰਨਾ ਹੈ, ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਦਹੀਂ ਰਿੜਕੇਗਾ ਤੇ ਤਤ ਨਸੀਬ ਹੋਏਗਾ। ਯਾਦ ਰੱਖੀ, ਪਾਣੀ ਰਿੜਕੇਗਾ ਤੇ ਪਾਣੀ ਹੀ ਰਹਿ ਜਾਏਗਾ। ਪੰਡਤ ਦਹੀਂ ਵਲੋਈਐ ਭਾਈ, ਵਿੱਚੋਂ ਨਿਕਲੇ ਤਤ। ਹੁਣ ਸ਼ਬਦ ਇੱਥੇ ਹੈ ਪੰਡਤ, ਤੇ ਮੈਂ ਇੱਕ ਬੇਨਤੀ ਕਰਨ ਲੱਗਾ, ਕਿਉਂਕਿ ਸਾਧ ਸੰਗਤ ਇਹ ਜ਼ਰੂਰੀ ਹੈ ਸ਼ਬਦ ਪੰਡਤ ਦੇ ਅਰਥ ਕਰਨੇ ਵੀ ਪੰਡਤ ਦਾ ਅਰਥ ਕੀ ਹੈ। ਤੇ ਹੋ ਸਕਦਾ ਕਿਉਂਕਿ ਇਹ ਗੁਰੂ ਦੀ ਗੱਲ ਦੇਸ਼ਾਂ ਵਿਦੇਸ਼ਾਂ ਤੱਕ ਜਾ ਰਹੀ ਹੈ। ਗੁਰਮੁਖੋ ਇੱਕ ਗੱਲ ਕਦੀ ਨਾ ਭੁੱਲਿਆ ਜੇ, ਗੁਰੂ ਨਾਨਕ ਸਾਹਿਬ ਦਾ ਘਰ, ਗੁਰੂ ਗ੍ਰੰਥ ਸਾਹਿਬ ਦਾ ਘਰ ਕਿਸੇ ਇੱਕ ਮਜ਼ਹਬ, ਇੱਕ ਜਾਤ, ਇੱਕ ਖਾਸ ਫਿਰਕੇ ਨੂੰ ਲਾ ਕੇ ਨਹੀਂ ਗੱਲ ਕਰਨਗੇ, ਨਾ ਕਿਸੇ ਇੱਕ ਧਰਮ ਨੂੰ ਸਤਿਗੁਰ ਨੇ ਸਾਹਮਣੇ ਰੱਖ ਕੇ ਮਾੜਾ ਕਿਹਾ। ਕਿਉਂਕਿ ਜਦੋਂ ਅਸੀਂ ਗੱਲ ਕਰਾਂਗੇ ਪੰਡਤ ਦੀ, ਤੇ ਕਦੀ ਨਾ ਭੁੱਲਿਆ ਜੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭਗਤ ਰਾਮਾਨੰਦ ਵਰਗੇ ਉਸ ਮਹਾਂਪੁਰਖ ਦੀ ਬਾਣੀ ਏ, ਜਿਨ੍ਹਾਂ ਦਾ ਅਸੀਂ ਪਿਛੋਕੜ ਵੇਖੀਏ ਤੇ ਉਹਨਾਂ ਦੇ ਪਿਛੋਕੜ ਵਿੱਚ ਉਹ ਇੱਕ ਪੰਡਤ ਨੇ। ਜੇ ਗੁਰੂ ਨਾਨਕ ਸਾਹਿਬ ਜੀ ਦੀ ਕੇਵਲ ਪੰਡਤ ਨਾਲ ਹੀ ਝਗੜਾ ਹੁੰਦਾ, ਉਹਦੇ ਨਾਲ ਵਿਵਾਦ ਹੁੰਦਾ, ਤੇ ਰਾਮਾਨੰਦ ਜੀ ਗੁਰੂ ਨਾਨਕ ਸਾਹਿਬ ਦੇ ਬਰਾਬਰ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਤੁਹਾਨੂੰ ਸ਼ਾਇਦ ਨਹੀਂ ਸਨ ਦਿਸਣੇ। ਦੂਜੀ ਬੇਨਤੀ, ਜੇ ਗੁਰੂ ਨਾਨਕ ਸਾਹਿਬ ਜੀ ਦੇ ਧਰਮ ਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਝਗੜਾ ਕੇਵਲ ਤਿਲਕ ਅਤੇ ਬੋਧੀ ਨਾਲ ਹੁੰਦਾ, ਤੇ ਯਾਦ ਰੱਖਿਓ, ਰਾਏ ਭੋਏ ਦੀ ਤਲਵੰਡੀ ਵਿੱਚ ਜਿਹੜੀ ਜੋਤ ਅੱਲਾ ਦੀ ਆਈ ਸੀ, ਜਿੱਦਣ ਉਹ ਜੋਤ 9ਵੇਂ ਜਾਮੇ ਵਿੱਚ ਆਈ, ਯਾਦ ਰੱਖਿਓ, ਜੇ ਤਿਲਕ ਬੋਧੀ ਦਾ ਝਗੜਾ ਹੁੰਦਾ ਤੇ ਬਾਬਾ ਕਦੀ ਵੀ ਆਪਣੇ ਤਨ ਦੀ ਆਹੂਤੀ ਨਾ ਦਿੰਦੇ। ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਜੰਜੂ ਲਈ ਆਪਣਾ ਆਪ ਕੁਰਬਾਨ ਕੀਤਾ। ਇਹਦਾ ਮਤਲਬ ਤਿਲਕ ਨਾਲ, ਜੰਜੂ ਨਾਲ, ਧੋਤੀ ਨਾਲ ਬਿਲਕੁਲ ਸਾਡਾ ਝਗੜਾ ਨਹੀਂ। ਤੀਜੀ ਬੇਨਤੀ, ਕਿਉਂਕਿ ਸ਼ਬਦ ਅੱਜ ਪੰਡਤ ਆਇਆ, ਮੈਂ ਭੂਮਿਕਾ ਵਿੱਚ ਅਰਜ਼ ਕਰਦਿਆਂ, ਤੇ ਕਈ ਵਾਰੀ ਕੀ ਹੁੰਦਾ ਜੇ ਭਾਗਾਂ ਵਾਲਿਓ, ਸਾਡੀ ਸੋਚ ਏਡੀ ਕਮਜ਼ੋਰ ਹੋ ਗਈ ਏ ਕਿ ਜਦੋਂ ਬੰਗਲਾ ਸਾਹਿਬ ਤੋਂ ਕਥਾ ਆਉਂਦੀ ਏ, ਤੇ ਕਿਉਂਕਿ ਸੁਣੀ ਦਾ ਬਾਹਰ, ਕਈ ਲੋਕਾਂ ਦੇ ਏਡੇ ਮਿਹਤੇ ਕਮਜ਼ੋਰ ਨੇ, ਉਹ ਕਥਾ ਸ਼ੁਰੂ ਹੁੰਦਿਆਂ ਸਾਰੀ ਟੀਵੀ ਬੰਦ ਕਰ ਦਿੰਦੇ ਨੇ, ਜਾਂ ਉੱਠ ਕੇ ਚਲੇ ਜਾਣਗੇ, ਲਓ ਜੀ ਇਹ ਤੇ ਕੱਪੜੇ ਲਾਉਣ ਲਈ ਬਹਿ ਗਏ ਨੇ। ਨਹੀਂ ਪਿਆਰਿਓ, ਸਮਝੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ। ਕਿਉਂਕਿ ਅੱਜ ਸ਼ਬਦ ਪੰਡਤ ਆਇਆ, ਮੈਂ ਭੂਮਿਕਾ 'ਚ 2-3 ਬੇਨਤੀਆਂ ਕਰਦਿਆਂ, ਤਾਂ ਕਿ ਅੱਗੇ ਜਾ ਕੇ ਸਾਨੂੰ ਗੱਲ ਹਜਮ ਹੋਵੇ ਵੀ ਗੁਰੂ ਸਾਹਿਬ ਕਹਿ ਕਿਹਨੂੰ ਰਹੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਯਾਦ ਰੱਖਿਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਸ਼ਰਧਾਲੂ ਹੈ, ਉਹ ਵੀ ਪੰਡਤ ਏ। ਪਟਨਾ ਸਾਹਿਬ ਦੀ ਧਰਤੀ ਪੰਡਤ ਸ਼ਿਵਦੱਤ, ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਐਸੀ ਉਹਦੇ ਤੇ ਕਿਰਪਾ ਹੋਈ। ਗੁਰੂ ਗੋਬਿੰਦ ਸਿੰਘ ਸਾਹਿਬ ਬਾਲਾ ਪ੍ਰੀਤਮ ਦੇ ਜਦੋਂ ਗੰਗਾ ਦੇ ਕਿਨਾਰੇ ਚਲਕਾਰੇ ਮਿਲੇ, ਸਾਰੀ ਜ਼ਿੰਦਗੀ ਬਾਲਾ ਪ੍ਰੀਤਮ ਦਾ ਹੋ ਕੇ ਰਹਿ ਗਿਆ। ਮੇਰੇ ਗੁਰੂ ਕਲਗੀਧਰ ਵੀ ਪੰਡਤ ਸ਼ਿਵਦੱਤ ਨੂੰ ਆਪਣਾ ਜਾਣ ਕੇ ਮੁਹੱਬਤ ਕਰਦੇ ਸਨ। ਤੇ ਯਾਦ ਰੱਖਿਓ, ਇਹ ਉਹ ਪੰਡਤ ਸ਼ਿਵਦੱਤ ਹੋਇਆ ਜਿਨੇ ਆਪਣੀ ਜ਼ਿੰਦਗੀ ਦਾ ਅਖੀਰਲਾ ਪੜਾਅ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ, ਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਹੀ ਆਪਣੇ ਪ੍ਰਾਣ ਛੱਡ ਦਿੱਤੇ। ਜੇ ਝਗੜਾ ਹੁੰਦਾ ਤੇ ਪੰਡਤ ਸ਼ਿਵਦੱਤ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੁੰਦਾ। ਦੂਜੀ ਬੇਨਤੀ, ਯਾਦ ਰੱਖਿਓ, ਜੇ ਇਸੇ ਸ਼ਬਦ ਨਾਲ ਸਾਡਾ ਝਗੜਾ ਹੁੰਦਾ
ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਾਲ ਵਿੱਚ ਹੁਣ ਯਾਦ ਰੱਖੀਏ ਹੈ ਤੇ ਦੋ ਪੰਡਤ ਨੇ ਨਾ, ਸ਼ਿਵ ਦੱਤ ਵੀ ਪੰਡਤ ਹੈ, ਗੰਗੂ ਵੀ ਬ੍ਰਾਹਮਣ ਨੇ, ਪਰ ਚੇਤੇ ਰੱਖਿਓ ਗੰਗੂ ਦੇ ਕਰਮ ਉਹਨੂੰ ਨਿੰਦਣਯੋਗ ਸਾਬਤ ਕਰਦੇ ਨੇ। ਤੇ ਇੱਥੇ ਜਿਹੜਾ ਸ਼ਬਦ ਆਇਆ ਨਾ ਪੰਡਤ, ਇਹ ਵੇ ਕਰਮ ਕਾਂਡੀ ਲਈ, ਨਾ ਕਿ ਕੱਲੇ ਤਿਲਕ ਵਾਲੇ ਲਈ, ਕੱਲੀ ਬੋਧੀ ਵਾਲੇ ਲਈ, ਜੋ ਕਰਮ ਕਾਂਡੀ ਹੈ, ਜਿਹਨੇ ਧਰਮ ਦੇ ਨਾਂ ਤੇ ਐਵੇਂ ਦੇ ਕਰਮ ਕੀਤੇ ਕਿ ਜਨਤਾ ਨੂੰ ਉਹਨੇ ਆਪਣੇ ਮਗਰ ਲਾ ਲਿਆ। ਇਹੀ ਕਾਰਨ ਕਰਮ ਕਾਂਡੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਵਾਨ ਨਹੀਂ ਕੀਤਾ, ਭਾਵੇਂ ਉਹ ਪੰਡਤ ਹੈ ਭਾਵੇਂ ਉਹ ਸਿੱਖ ਹੈ। ਧਿਆਨ ਦਿਆ ਜੇ ਕੱਲਾ ਸ਼ਬਦ ਪੰਡਤ ਨਹੀਂ, ਭਾਵੇਂ ਉਹ ਸਿੱਖ ਵੀ ਹੈ, ਜੇ ਕਰਮ ਕਾਂਡੀਏ ਉਹਨੂੰ ਥਾਂ ਨਹੀਂ। ਯਾਦ ਰੱਖਿਓ ਪੰਡਤ ਨੇ ਥਿੱਤਾਂ ਵਾਰਾਂ ਦੇ ਚੱਕਰਾਂ ਵਿੱਚ ਜਨਤਾ ਨੂੰ ਪਰਮਾਇਆ, ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਮੈਨੂੰ ਨਹੀਂ ਪ੍ਰਵਾਨ। ਉਹਨੇ ਵਰਤ ਸ਼ਰਾਧ ਦੇ ਐਵੇਂ ਦੇ ਅਡੰਬਰ ਰਚ ਦਿੱਤੇ, ਉਹਨੇ ਤੀਰਥਾਂ ਤੇ ਜਾ ਕੇ ਪੂਜਾ ਪਾਠ ਦੇ ਐਸੇ ਕਰਮਕਾਂਡ ਸਥਾਪਿਤ ਕਰ ਦਿੱਤੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਨੂੰ ਨਹੀਂ ਪ੍ਰਵਾਨ। ਤੇ ਮੇਰੀ ਗੱਲ ਕਿਸੇ ਨੂੰ ਦੁਖੇ ਨਾ ਪਿਆਰਿਓ, ਜੇ ਧਾਗੇ ਦੇਣ ਵਾਲਾ, ਥਿੱਤਾਂ ਵਾਰਾਂ ਦੇ ਚੱਕਰਾਂ ਵਿੱਚ ਪਾਣ ਵਾਲਾ, ਵਰਤ ਤੇ ਸ਼ਰਾਧਾਂ ਦੇ ਭਰਮ ਵਿੱਚ ਪਾਣ ਵਾਲਾ ਪੰਡਤ ਗੁਰੂ ਨੂੰ ਪ੍ਰਵਾਨ ਨਹੀਂ ਨਾ, ਤੇ ਯਾਦ ਰੱਖਿਆ ਜੇ ਫਿਰ ਧਾਗੇ ਵੰਡਣ ਵਾਲਾ ਸਿੱਖ ਵੀ ਗੁਰੂ ਨੂੰ ਪ੍ਰਵਾਨ ਨਹੀਂ, ਉਹ ਵੀ ਕਰਮਕਾਂਡੀ ਏ। ਤਵੀਤ ਦੇਣ ਵਾਲਾ, ਮੜੀਆਂ ਨਾਲ ਜੋੜਨ ਵਾਲਾ, ਆਪਣੇ ਪੈਰਾਂ 'ਚ ਮੱਥੇ ਟਿਕਾਣ ਵਾਲਾ ਸਿੱਖ ਵੀ ਗੁਰੂ ਨੂੰ ਪ੍ਰਵਾਨ ਨਹੀਂ। ਇਹ ਤੇ ਸ਼ਬਦ ਕੱਲਾ ਪੰਡਤ ਸਮਝ ਕੇ ਭੁਲੇਖਾ ਨਾ ਖਾ ਜਾਈਏ, ਕਿਉਂਕਿ ਪੰਡਤ ਸ਼ੁਰੂ ਤੋਂ ਲੈ ਕੇ ਜਿਹੜੇ ਕਰਮ ਕਾਂਡ ਸਨ ਉਹਦੇ ਵਿੱਚ ਉਹਨੇ ਦੁਨੀਆ ਨੂੰ ਉਲਝਾ ਦਿੱਤਾ। ਗੁਰੂ ਨਾਨਕ ਸਾਹਿਬ ਦੇ ਸਮੇਂ 3 ਧਾਰਮਿਕ ਆਗੂ ਨੇ, ਉਹਨਾਂ 3 ਧਾਰਮਿਕ ਆਗੂਆਂ ਵਿੱਚ ਕਾਜੀ ਹੈ, ਜਿਹਨੂੰ ਬਾਬਾ ਜੀ ਨੇ ਕਾਦੀ ਸ਼ਬਦ ਬੋਲਿਆ। ਅਰਬੀ ਦੇ ਵਿੱਚ ਕਾਜੀ ਨੂੰ ਕਾਦੀ ਕਿਹਾ ਜਾਂਦਾ ਹੈ, ਕਾਜੀ ਹੈ। ਉਹਦੇ ਨਾਲ ਜੋਗੀ ਸੀ ਤੇ ਤੀਸਰਾ ਸੀ ਬ੍ਰਾਹਮਣ। ਗੁਰੂ ਨਾਨਕ ਸਾਹਿਬ ਨੂੰ ਕਦੀ ਪੁੱਛ ਕੇ ਵੇਖੋ ਦਾਤਿਆ, ਹੁਣ ਇੱਕ ਪਾਸੇ ਕਾਜੀ, ਇੱਕ ਪਾਸੇ ਜੋਗੀ ਤੇ ਤੀਸਰੇ ਪਾਸੇ ਬ੍ਰਾਹਮਣ, ਕੀ ਇਹ ਪ੍ਰਵਾਨ ਨਾ ਹੋਏ ਆਪਾਂ ਨੂੰ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇਹਨਾਂ ਦੇ ਗਾਮੀ ਐਵੇਂ ਦੇ ਸਨ, ਪ੍ਰਵਾਨ ਕਿਵੇਂ ਹੁੰਦੇ? ਕਿਉਂ? ਕਹਿਣ ਲੱਗੇ ਕਾਦੀ ਕੂੜ ਬੋਲ ਮਲ ਖਾਏ। ਹੁਣ ਕਾਜੀ ਝੂਠ ਬੋਲਦਾ ਤੇ ਬਾਬਾ ਜੀ ਕਹਿਣ ਲੱਗੇ ਮੈਨੂੰ ਨਹੀਂ ਪ੍ਰਵਾਨ। ਉਹ ਸਿੱਖੋ ਪਿਆਰਿਓ, ਯਾਦ ਰੱਖੋ ਜੇ ਕਾਜੀ ਝੂਠ ਬੋਲਦਾ ਹੈ ਉਹ ਗੁਰੂ ਨੂੰ ਪ੍ਰਵਾਨ ਨਹੀਂ, ਜਿਹੜਾ ਸਿੱਖ ਝੂਠ ਬੋਲਦਾ ਕਦੀ ਨਾ ਭੁਲੇਖਾ ਰੱਖੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਵਾਨ ਹੋ ਜਾਵਾਂਗਾ, ਚਾਹੇ ਕਾਜੀ ਹੈ ਭਾਵੇਂ ਸਿੱਖ ਹੈ। ਕਾਜੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ। ਹੁਣ ਜੀਆਂ ਦਾ ਘਾਣ ਕਰਨਾ, ਗਰੀਬ ਦੇ ਹੱਕ ਖਾਈ ਜਾਣੇ, ਝੂਠ ਦੇ ਪਲੰਦੇ ਬਨ ਬਨ ਕੇ ਦੱਸੀ ਜਾਣੇ। ਬਾਬਾ ਜੀ ਕਹਿਣ ਲੱਗੇ ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ। ਜੋਗੀ ਵੀ ਜੀਵਨ ਦੇ ਧੁਰੇ ਤੋਂ ਉਖੜਿਆ, ਤੀਨੇ ਉਜਾੜੇ ਕਾ ਬੰਦ। ਹੁਣ ਅੱਜ ਨਾ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਦੇਖ ਸੱਜਣਾ, ਤੂੰ ਦੁਨੀਆ ਦੇ ਲਈ ਐਸਾ ਇੱਕ ਸਿਸਟਮ ਤਿਆਰ ਕਰ ਦਿੱਤਾ, ਪੰਡਤ ਦਹੀਂ ਮਲੋਈਆ ਭਾਈ। ਜੇ ਤੇ ਕਿਤੇ ਮਨ ਦੇ ਵਿੱਚ ਵਿਚਾਰਾਂ ਦੀ ਮਧਾਣੀ ਪਾਈ ਹੁੰਦੀ, ਗੁਰੂ ਦੇ ਵਿਚਾਰਾਂ ਦੀ ਮਧਾਣੀ, ਤੇ ਵਿਚਾਰ ਮੈਨੂੰ ਮਾਫ ਕਰਿਆ ਜੇ, ਅਧੂਰਾ ਪ੍ਰਸ਼ਾਦਾ, ਅਧੂਰੀ ਰੋਟੀ ਅੱਜ ਤੱਕ ਕਿਸੇ ਨੂੰ ਪ੍ਰਵਾਨ ਨਹੀਂ ਹੋਈ। ਕਦੀ ਹੋਇਆ ਹੈ ਵੀ ਰੋਟੀ ਅਧੂਰੀ ਹੈ, ਤਵੇ ਤੇ ਰੋਟੀ ਦਾ ਇੱਕ ਪਾਸਾ ਕੱਚਾ ਹੈ ਇੱਕ ਪੱਕਾ ਹੈ, ਸਬਜ਼ੀ ਅੱਧੀ ਕੱਚੀ ਹੈ ਅੱਧੀ ਪੱਕੀ ਹੈ, ਤੇ ਅਧੂਰੀ ਸਬਜ਼ੀ ਅਧੂਰੀ ਰੋਟੀ ਸਾਨੂੰ ਥਾਲੀ 'ਚ ਨਹੀਂ ਪ੍ਰਵਾਨ, ਅਸੀਂ ਨਹੀਂ ਖਾਵਾਂਗੇ। ਕਹਾਂਗੇ ਨਹੀਂ ਮੈਨੂੰ ਅਧੂਰੀ ਰੋਟੀ ਨਹੀਂ ਚਾਹੀਦੀ, ਰੋਟੀ ਮੈਨੂੰ ਪੂਰੀ ਪੱਕੀ, ਸਬਜ਼ੀ ਪੂਰੀ ਬਣੀ ਹੋਵੇ ਮੈਂ ਤਾਂ ਖਾਂਗਾ। ਦੂਜੀ ਗੱਲ ਯਾਦ ਰੱਖਿਆ ਜੇ ਕਪੜਾ ਤਨ ਤੇ ਪਾਈਦਾ ਹੈ, ਕਦੀ ਵੀ ਅੱਜ ਤੱਕ ਕਿਸੇ ਬੰਦੇ ਨੇ ਅਧੂਰਾ ਕਪੜਾ ਨਹੀਂ ਪ੍ਰਵਾਨ ਕੀਤਾ। ਜੇ ਬਦਕਿਸਮਤੀ ਨਾਲ ਕਪੜਾ ਅਧੂਰਾ ਹੋਵੇ, ਕੁੜਤਾ ਪਜਾਮਾ ਸਵਾਇਆ ਉਹਦੀਆਂ ਬਾਹਾਂ ਨਹੀਂ ਤੇ ਤਾਂ ਵੀ ਅਸੀਂ ਭਵਾ ਕੇ ਦਰਜੀ ਦੇ ਮੂੰਹ ਤੇ ਮਾਰਾਂਗੇ। ਤੇ ਯਾਦ ਰੱਖਿਓ ਜੇ ਕੱਲੀਆਂ ਬਾਹਾਂ ਨੇ ਪੂਰਾ ਕੁੜਤਾ ਨਹੀਂ ਤੇ ਤਾਂ ਵੀ ਕਹਾਂਗੇ ਮੈਂ ਕੀ ਕਰਨਾ ਹੈ, ਅਧੂਰਾ ਕਪੜਾ ਅਧੂਰੀ ਕਮੀਜ਼ ਮੈਨੂੰ ਨਹੀਂ ਪ੍ਰਵਾਨ। ਤੀਜੀ ਬੇਨਤੀ ਸਾਧ ਸੰਗਤ, ਅੱਜ ਤੱਕ ਤੁਸੀਂ ਕਿਸੇ ਨੇ ਦੇਖਿਆ ਹੋਵੇ, ਤੁਸੀਂ ਘਰ ਬਣਾਉਂਦੇ ਹੋ ਤੇ ਕਦੀ ਅਧੂਰਾ ਘਰ ਵੀ ਕਿਸੇ ਨੇ ਬਣਾਇਆ ਹੈ? ਕਦੀ ਮਿਸਤਰੀ ਨੂੰ ਕਿਹਾ ਵੀ ਲੈ ਭਾਈ ਇੱਕ ਕੰਮ ਕਰੀ, ਕੰਧਾਂ ਖਲੀਆਂ ਕਰ ਦੇ, ਛੱਤ ਨਾ ਪਾਈ ਤੇ ਛੇਤੀ ਕਰੀ ਅਸੀਂ ਵਿੱਚ ਆ ਕੇ ਵਸਣਾ। ਅਧੂਰਾ ਘਰ ਵੀ ਸਾਨੂੰ ਪ੍ਰਵਾਨ ਨਹੀਂ। ਅਧੂਰੇ ਘਰ ਵਿੱਚ ਕੋਈ ਰਹਿਣਾ ਪਸੰਦ ਨਹੀਂ ਕਰੇਗਾ। ਕੰਧਾਂ ਹੈ ਛੱਤ ਨਹੀਂ। ਕਵੀ ਦੀ ਕਵਿਤਾ ਹੈ, ਅਧੂਰੀ ਕਵਿਤਾ ਨਹੀਂ ਅਸੀਂ ਪਸੰਦ ਕਰਦੇ। ਹੁਣ ਮਾਫ ਕਰਿਆ ਜੇ ਸਾਧ ਸੰਗਤ ਜੀ,
जे अधूरी कविता सानू नहीं पाउंदी, अधूरा मकान सानू नहीं परवान, अधूरा वस्त्र भी सानू परवान नहीं, अधूरा प्रशादा सानू परवान नहीं, वो फिर भोले बंदिया एक दस अधूरे गुरु दे लड़ ला के उथों की लभना है। अधूरी रोटी तेरा कुछ नहीं सवारेगी, अधूरा मकान तेनू कुछ नहीं देगा, अधूरी जमीन विचों तेनू कुछ नहीं मिलेगा। ते मैनू कहण दिया जे गल वड्डी ना हो जाए, जे हजे तक पूरा नहीं ना गुरु लभा, पूरे गुरु दे लड़ नहीं लगे ते अधूरे दे लड़ लगांगे, अधूरे गुरु कोलों भी सानू कुछ नहीं जे मिलना। ये शब्द दास दे नहीं, तुसी धन गुरु ग्रंथ साहिब जी तो पूछना है। ते जदों गुरु ग्रंथ साहिब जी मोहर लाणगे ना, उदों गल पक्की होवेगी कि सतगुरु कहन लगे जे बोहित ते सफर करना है जहाज ते बोहित वेख ली पहला सही ते है ना, गुरु पूरा ते है ना। कबीर साहब ने अपनी बाणी च एक बड़ा प्यारा प्रमाण दिता है, कहन लगे तेली वीर कोलू दे उत्ते सरों विचों तिलां विचों तेल कढदे ने, पर नाल कबीर साहब कहन लगे चेते रखी जे किते सरों होवे पक्की ते पक्की सरों विचों तेल भी पैदा हुंदा है ते सरों विचों खल भी निकलदी है। ते जे किते जिमीदार काली करके कवे भी मैं सरों ते वढनी है कच्ची, लाई दा खेड़ ते वढना है कच्चा, ते कच्ची सरों वढ के लै जा कोलू कोल जाके उन्होंने वीर नूं कवां भी तेल भी कढ दे ते खल भी कढ दे, ते फिर उहनां नाल झगड़े भी तू तेल नहीं कढिया खल नहीं कढी, ते तेली वीर एक ही गल कहेगा, कोलू वाला वीर कहेगा सजना पक्की सरों विचों तेल ते खल निकलदे ने, कच्ची सरों विचों नहीं। कबीर साहब कहन लगे याद रखियो पक्के दे लड़ लगांगे ते तत प्राप्त होवेगा, ते जे अधूरे ते कच्चे दे मगर तुरे रहे ते कच्चे दी हालत फिर कच्ची सरों वर्गी जे। कबीर काची सरसों पेल कै जो कबीर जोते साध पिरम की, पाकै सेती खेल, काची सरसों पेल कै ना खल भई ना तेल, कच्ची दे नेड़े गए ना खाले ना तेल। दूजा प्रमाण गुरु ग्रंथ साहिब चों बाबा जी की बाणी च दखनी ओंकार है गुरु ग्रंथ साहिब की बाणी, ते पढ़न वालियां नूं पता है सच्चे पातशाह कहन लगे केते मात पिता सुत धीआं, केते गुर चेले फनहुआ, ते अगली तोके काचे गुर ते मुक्त ना हुआ। कच्चे गुरु तो जिहड़ा अधूरा है वह किसी नूं कुछ नहीं दे सकता, पर अज बदकिस्मती साडे कोल गुरु पूरा है, गुरु समर्थ है, असी पूरे गुरु दा लड़ छड्ड के अधूरियां मगर भजने हां। साडे गुरु दी समर्था है, जिस गुरु दे लड़ लगिया भवजल चों पार हो जाएंगे, उस गुरु दा लड़ छड्ड के भालने हां कितों कुछ मिल जाएगा। ते दास एक बेनती अक्सर करदा हुंदा है, अज आप जी नूं भी बेनती कर लगा वां, याद रखिया जे अगर तुसी किसे अधूरे कोल गए हो ना जिहड़ा कच्चा है, ओदी नज़र तुहाडे बिजनेस ते, तुहाडे पैसे ते, तुहाडी प्रभुता ते, तुहाडे रुतबे ते हो सकदी है, पर याद रखिया जे ओदी नज़र तुहाडे फ्यूचर ते नहीं, तुहाडे जीवन ते नहीं। अधूरे कोल जाओगे ओदा ध्यान तुहाडी पॉकेट ते हो सकदा है भी किवें दा आया ये मैनूं की देगा, पर याद रखिया जे ओदी नज़र होवेगी पैसे ते तुहाडी प्रभुता ते। जदों पूरे गुरु ग्रंथ साहिब कोल पूरे गुरु दे लड़ जावांगे ना, ते पूरे गुरु दी नज़र होवेगी साडे सीस उत्ते, पूरे गुरु दी नज़र नाल असीं भवजल तो तरांगे। ते दास अक्सर ये बेनती करदा हुंदा साडी ये बदकिस्मती है, जां इंज कह लो कि साडियां कमजोरियां ने, अज तक सानू ये नहीं पता लगा साडे धर्म की महानता की है, विशेषता की है। आना पिछे जाए पेरिस के अंदर यूनेस्को विच तुहाडी नॉलेज लई एक बेनती कर लगा, असी किस धर्म के वारस हां, जा किधर नूं रहे सां, किहड़ा गुरु है साडा। यूनेस्को विच एक कॉन्फ्रेंस हुई सर्व धर्म सम्मेलन, इस सर्व धर्म सम्मेलन दे विच जे देखो क्रिश्चियनिटी वाले, जैपनीज, बोधी, ईसाई, इहदे विच सारे पहुंचे। हिंदुस्तान की धरती तो भी नुमाइंदे गए वख-वख धर्मां दे, ते जदों हर धर्म का नुमाइंदा उत्थे बैठा है ना, उत्थे एक सवाल होया कि संसार के नक्शे ते इतने धर्म ने, इन्ने धर्म ने, इन्हां धर्मां विचों कोई संसार विच ऐसा धर्म है जिस धर्म की जन्म समय भी इक्को गल होवे, ब्याह समय भी इक्को गल होवे, ते मौत समय भी इक्को ही गल करे।
ਕੋਈ ਦੁਨੀਆ ਤੇ ਧਰਮ ਹੈ ਜਿਹਦੀ ਜਨਮ, ਵਿਆਹ ਅਤੇ ਮੌਤ ਸਮੇਂ ਤਿੰਨ ਰਸਮਾਂ ਤੇ ਇੱਕੋ ਬਾਤ ਹੋਵੇ, ਕੋਈ ਦੂਜੀ ਬਾਤ ਨਾ ਹੋਏ? ਹੁਣ ਤੁਸੀਂ ਸਿਆਣੇ ਹੋ, ਕਦੀ ਹੋ ਸਕਦਾ ਵੀ ਘਰ ਵਿੱਚ ਜਨਮ ਹੋਵੇ ਤੇ ਜੋ ਕੁਝ ਜਨਮ ਸਮੇਂ ਹੋ ਰਿਹਾ ਉਹ ਕੁਝ ਮੌਤ ਵੇਲੇ ਵੀ ਹੋਵੇ? ਸਾਰਿਆਂ ਸਿਰ ਮਾਰ ਦਿੱਤਾ। ਕਹਿਣ ਲੱਗੇ ਨਹੀਂ, ਐਸਾ ਕੋਈ ਧਰਮ ਨਹੀਂ ਜਿਹੜਾ ਤਿੰਨ ਸਮਿਆਂ ਤੇ ਇੱਕੋ ਗੱਲ ਕਰਦਾ ਹੋਵੇ। ਉੱਥੇ ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਮੇਰੇ ਲੈਕਚਰ ਕਿਤਾਬ ਦੇ ਵਿੱਚ ਲਿਖਿਆ ਹੈ, ਕਹਿਣ ਲੱਗੇ ਡਾਕਟਰ ਰਾਧਾ ਕ੍ਰਿਸ਼ਨ ਬੈਠੇ ਸਨ, ਉਹਨਾਂ ਨੇ ਸਿਰ ਨਹੀਂ ਮਾਰਿਆ, ਉਹ ਹੱਸਣ ਲੱਗ ਪਏ ਤੇ ਸਾਰੇ ਪੁੱਛਦੇ ਨੇ ਤੁਹਾਨੂੰ ਕੀ ਹੋਇਆ? ਕਹਿਣ ਲੱਗਾ ਮੈਂ ਇਹਨਾਂ ਸਾਰਿਆਂ ਤੇ ਹੱਸਣਾ ਜਿਹੜੇ ਸਿਰ ਮਾਰਦੇ ਨੇ, ਇਹਨਾਂ ਨੂੰ ਪਤਾ ਹੀ ਕੋਈ ਨਹੀਂ ਸੰਸਾਰ 'ਚ ਇੱਕ ਧਰਮ ਹੈ ਜੀ। ਸੰਸਾਰ ਵਿੱਚ ਇੱਕ ਧਰਮ ਹੈ ਜਿਹੜਾ ਜਨਮ ਸਮੇਂ, ਵਿਆਹ ਸਮੇਂ ਔਰ ਮੌਤ ਸਮੇਂ ਇੱਕੋ ਗੱਲ ਕਰੇਗਾ। ਹੁਣ ਸਾਰਿਆਂ ਦਾ ਧਿਆਨ ਉਧਰ ਚਲਾ ਗਿਆ। ਕਹਿਣ ਲੱਗੇ ਕਮਾਲ ਦੀ ਗੱਲ, ਕਿਹੜਾ ਧਰਮ ਹੈ ਐਸਾ? ਉਹ ਕਹਿਣ ਲੱਗਾ ਆਓ ਮੇਰੇ ਹਿੰਦੁਸਤਾਨ ਦੀ ਧਰਤੀ ਤੇ ਆਓ, ਇੱਕ ਗੁਰੂ ਨਾਨਕ ਨੇ ਐਸਾ ਧਰਮ ਚਲਾਇਆ ਹੈ ਜਿਹਨੂੰ 10 ਪਾਤਸ਼ਾਹੀਆਂ ਨੇ ਪ੍ਰਫੁੱਲਤ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਉਸ ਧਰਮ ਦੇ ਇਸ ਵਕਤ ਆਗੂ ਨੇ। ਜੇ ਕਿਤੇ ਉਸ ਧਰਮ ਵੱਲ ਧਿਆਨ ਮਾਰੋ, ਜਦੋਂ ਬੱਚੇ ਦਾ ਜਨਮ ਹੋਵੇ ਉਹ ਧਰਮ ਵਾਲੇ ਕਹਿੰਦੇ ਨੇ ਆਨੰਦ ਪਿਆ ਮੇਰੀ ਮਾਏ। ਜਦੋਂ ਵਿਆਹ ਦੀ ਰਸਮ ਹੋਵੇ ਉਦੋਂ ਵੀ ਗੁਰੂ ਕੋਲ ਆ ਕੇ ਕਹਿੰਦੇ ਨੇ ਆਨੰਦ ਪਿਆ ਮੇਰੀ ਮਾਏ। ਤੇ ਜੇ ਕਿਤੇ ਘਰ ਵਿੱਚ ਨੌਜਵਾਨ ਪੁੱਤਰ ਦੀ ਘੋੜੀ ਤੇ ਚੜੇ ਤੇ ਕਹਿੰਦੇ ਨੇ ਆਨੰਦ ਪਿਆ ਮੇਰੀ ਮਾਏ। ਪਰ ਕੁਰਬਾਨ ਜਾਵਾਂ ਇਸ ਧਰਮ ਤੋਂ, ਕਿਤੇ ਘਰ ਵਿੱਚੋਂ ਨੌਜਵਾਨ ਪੁੱਤਰ ਦੀ ਲਾਸ਼ ਅਰਥੀ ਤੇ ਚੜੇ ਤੇ ਉਧਰ ਸੰਸਕਾਰ ਹੁੰਦਾ ਹੈ ਤੇ ਘਰ ਵਿੱਚ ਕੀਰਤਨ ਵਿੱਚ ਵੀ ਸ਼ਬਦ ਗਾਇਆ ਜਾਂਦਾ ਹੈ ਆਨੰਦ ਪਿਆ ਮੇਰੀ ਮਾਏ। ਕਹਿਣ ਲੱਗੇ ਇਹ ਧਰਮ ਹੈ ਜਿਹਦਾ ਜਨਮ, ਵਿਆਹ ਅਤੇ ਮੌਤ ਇੱਕ ਹੈ। ਉਹ ਗੁਰਮੁਖੋ ਕੈਸਾ ਧਰਮ ਨਿਰਾਲਾ ਹੈ। ਤੇ ਦਾਸ ਇੱਕ ਹੋਰ ਉਦਾਹਰਨ ਦੇ ਕੇ ਫਿਰ ਥੋੜੀ ਜਿਹੀ ਆਪ ਜੀ ਨਾਲ ਬੇਨਤੀ ਕਰਨੀ ਚਾਹੁੰਦਾ, ਕਿਤੇ ਐਸੇ ਧਰਮ, ਐਸੇ ਗੁਰੂ ਸਾਨੂੰ ਲੱਭਣਗੇ? ਆਓ ਥੋੜਾ ਜਿਹਾ ਧਿਆਨ ਆਪ ਜੀ ਦਾ ਲੈ ਜਾਈਏ। ਧੰਨ ਗੁਰੂ ਨਾਨਕ ਸਾਹਿਬ ਵਰਗੇ ਸਤਿਗੁਰੂ ਦਾ ਘਰ, ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਅੰਦਰ ਦਾ ਸੀਨੇ ਦਾ ਆਪਣੇ ਸਿੱਖਾਂ ਨਾਲ ਪਿਆਰ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਰਹਿਮਤਾਂ ਕਿੱਥੋਂ ਮਿਲਣਗੀਆਂ? ਐਸਾ ਬੋਹਿਤ ਗੁਰੂ ਲੱਭੇਗਾ? ਅੱਲਾ ਯਾਰ ਖਾਂ ਜੋਗੀ ਕਹਿੰਦਾ, ਕਹਿਣ ਲੱਗਾ ਚਮਕੌਰ ਸਾਹਿਬ ਦੀ ਗੜੀ 'ਚ ਨਾ ਅੱਜ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੰਘ ਆਏ ਨਹੀਂ ਆਨੰਦਪੁਰ ਸਾਹਿਬ ਤੋਂ ਚੱਲ ਕੇ। ਇਹ ਬੜੇ ਦਿਨਾਂ ਦੇ ਭੁੱਖੇ ਨਹੀਂ, ਬੜੇ ਦਿਨਾਂ ਦੇ ਇਹਨਾਂ ਵਿਚਾਰਿਆਂ ਨੇ ਰੋਟੀ ਨਹੀਂ ਖਾਧੀ। ਅੱਲਾ ਯਾਰ ਖਾਂ ਜੋਗੀ ਦੇ ਸ਼ਬਦ ਤੇ ਨਿਰਣਾ ਤੁਸੀਂ ਕਰਨਾ ਪਿਆਰਿਓ ਕਿ ਅਸੀਂ ਐਵੇਂ ਦੇ ਗੁਰੂ ਦੇ ਬਰਾਬਰ ਧਰਤੀ ਤੇ ਇੱਕ ਦੂਜਾ ਗੁਰੂ ਲੱਭ ਲਾਂਗੇ? ਉਹ ਗੱਲ ਵੱਖਰੀ। ਅੱਜ ਤੁਹਾਨੂੰ ਥਾਂ ਥਾਂ ਤੇ ਦੁਕਾਨਾਂ ਖੁੱਲੀਆਂ ਮਿਲਣਗੀਆਂ, ਦਾਅਵੇ ਕਰਦੇ ਮਿਲਣਗੇ ਸਾਡੇ ਕੋਲ ਆਓ, ਸਾਡਾ ਗੁਰੂ ਪੂਰਾ ਹੈ। ਯਾਦ ਰੱਖਿਆ ਜੇ, ਪੂਰਾ ਤੇ ਕੇਵਲ ਗੁਰੂ ਨਾਨਕ ਦਾ ਦਰ ਹੈ। ਹਾਂ ਇੱਕ ਗੱਲ ਮੈਂ ਬੇਨਤੀ ਕਰਾਂ, ਸਾਗਰ ਵਿੱਚੋਂ ਨਦੀ ਨਿਕਲੇ, ਸਾਗਰ ਵਿੱਚੋਂ ਝਰਨੇ ਨਿਕਲਣ, ਸਾਗਰ ਵਿੱਚੋਂ ਨਿੱਕੇ ਨਿੱਕੇ ਦਰਿਆ ਨਦੀਆਂ ਨਿਕਲਣ ਤੇ ਉਹ ਗੱਲ ਵੱਖਰੀ ਕਿ ਨਦੀ ਭੁਲੇਖੇ ਵਿੱਚ ਆ ਕੇ ਦਾਅਵਾ ਕਰੇ ਕਿ ਸਾਗਰ ਹੀ ਮੈਂ ਆ। ਉਸ ਨਦੀ ਨੂੰ ਪਤਾ ਨਹੀਂ ਕਿ ਸਾਗਰ ਦੇ ਪਾਣੀ ਕਰਕੇ ਤੇਰੀ ਹੋਂਦੇ। ਜੇ ਸਾਗਰ ਨਾ ਹੁੰਦਾ ਤੇ ਤੈਨੂੰ ਕਿਨੇ ਪੁੱਛਣਾ ਸੀ ਚੱਲੀਏ। ਅੱਜ ਮਾਫ ਕਰਿਆ ਜੇ, ਹਕੀਕਤ ਇਹ ਵੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਪਾਤਸ਼ਾਹੀਆਂ ਤੇ ਸਿੱਖਾਂ ਦੇ ਜੀਵਨ ਦਾ ਇਤਿਹਾਸ ਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ, ਗੱਲ ਇਹਨਾਂ ਦੀ ਸਟੇਜਾਂ ਤੇ ਕੀਤੀ ਜਾਂਦੀ ਹੈ ਪਰ ਅਫਸੋਸ ਹੈ ਮੂੰਹ ਤੋਂ ਗੁਰੂ ਗ੍ਰੰਥ ਸਾਹਿਬ ਦਾ ਨਾਂ ਨਹੀਂ ਲਿਆ ਜਾਂਦਾ। ਯਾਦ ਰੱਖਿਆ ਜੀ, ਤੁਕਾਂ ਗੁਰੂ ਗ੍ਰੰਥ ਸਾਹਿਬ ਦੀਆਂ ਨੇ ਪਰ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦਾ ਨਾਂ ਨਹੀਂ। ਤੇ ਦਾਸ ਨੂੰ ਇਹ ਕਹਿਣ ਵਿੱਚ ਰਤਾ ਝਿਜਕ ਨਹੀਂ। 1891 ਵਿੱਚ ਤੁਸੀਂ ਇਸ਼ਾਰਾ ਸਮਝਿਓ, ਮੈਂ ਫਿਰ ਆਉਣਾ ਮੈਂ ਇਸੇ ਪਾਸੇ ਗੁਰੂ ਬੋਹਿਤ ਕੈਸਾ ਹੈ। 1891 ਵਿੱਚ ਵੜੈਚ ਤੇ ਬਲਾਂ ਪਿੰਡ, ਇਹ ਅੰਮ੍ਰਿਤਸਰ ਦੇ ਨੇੜੇ ਜਿੱਥੇ ਅੱਜ ਬਿਆਸ ਹੈ, ਵੜੈਚ ਅਤੇ ਬਲਾਂ ਪਿੰਡ, ਇਸ ਪਿੰਡ ਦੇ ਨੇੜੇ 1891 ਵਿੱਚ ਬਾਬਾ ਜੈਮਲ ਸਿੰਘ ਫੌਜ ਵਿੱਚੋਂ ਰਿਟਾਇਰ ਹੋ ਕੇ ਆਏ ਸਨ ਤੇ 5 ਜਣਿਆਂ ਨੇ ਬਲਾਂ ਤੇ ਸਰਾਂ ਪਿੰਡ ਵਾਲਿਆਂ ਬਾਬਾ ਜੈਮਲ ਸਿੰਘ ਜੀ ਨੂੰ 11 ਕਨਾਲਾਂ ਤੇ 16 ਮਰਲੇ ਜ਼ਮੀਨ ਦਿੱਤੀ ਸੀ, ਜਿੱਥੇ ਕਿਹਾ ਸੀ ਤੁਸੀਂ ਧਰਮਸ਼ਾਲਾ ਪਾਓ, ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਲ ਕਰੋ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਤੇ ਜਿਨ੍ਹਾਂ 5 ਸਿੰਘਾਂ ਨੇ ਜ਼ਮੀਨ ਦਿੱਤੀ ਉਹ ਸੀ ਲਾਲੂ ਲੰਬੜਦਾਰ, ਮਤਾਬ ਸਿੰਘ, ਗੁਰਦਿੱਤ ਸਿੰਘ, ਸੋਹਣ ਸਿੰਘ। ਤੇ ਯਾਦ ਰੱਖਿਓ ਉਸ ਥਾਂ ਤੇ ਗੁਰੂ ਗ੍ਰੰਥ